वाहिगुरु जी का खालसा वाहिगुरु जी की फतेह। गुरु प्यारी गुरु सवारी साध संगत, आप जी इस शाम दी ऑनलाइन गुरमत क्लास विच जुड़ चुके हो, जिस विच आपां लड़ीवार गुरबाणी की संथਿਆ कर रहे हैं। सतगुरां दी बड़ी रहमत हुई है। आपां हुण तक जो गुरु ग्रंथ साहिब जी दे अंदर 2 राग 31 राग ਹਨ, ਉਹਨਾਂ ਦੇ ਵਿੱਚੋਂ 2 ਰਾਗਾਂ ਦੀ ਸੰਥਿਆ ਤੇ ਵਿਚਾਰ ਕਰ ਚੁੱਕੇ ਹਾਂ। ਅੱਜ ਆਪਾਂ ਤੀਸਰਾ ਰਾਗ, ਜਿਸ ਨੂੰ ਗੌੜੀ ਰਾਗ ਕਹਿੰਦੇ ਆ, ਉਸ ਗੌੜੀ ਰਾਗ ਦੀ ਆਰੰਭਤਾ ਕਰਨੀ ਹੈ। ਇਸ ਗੌੜੀ ਰਾਗ ਦੇ ਅੰਦਰ ਜਿਵੇਂ ਲੜੀਵਾਰ ਸਤਿਗੁਰਾਂ ਦੀ ਬਾਣੀ ਆਵੇਗੀ, ਉਸ ਬਾਣੀ ਨੂੰ ਆਪਾਂ ਵਿਚਾਰਨ ਦਾ, ਪੜ੍ਹਨ ਦਾ ਯਤਨ ਕਰਨਾ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ, ਸਾਰੀ ਸੰਗਤ ਦਾ ਧੰਨਵਾਦ। आओ ਆਪਾਂ ਪਾਵਨ ਬਾਣੀ ਦੀ ਸੰਥਿਆ ਆਰੰਭ ਕਰੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਪ ਦੇ 2 ਪਦੇ ਆਰੰਭ ਹੋਣੇ ਹਨ। ਕੀ ਬਖਸ਼ਿਸ਼ਾਂ ਰਹਿਮਤਾਂ ਮਹਾਰਾਜ ਕਰ ਰਹੇ ਨੇ। ਆਪ ਜਿੰਨੀ ਵੀ ਸੰਗਤ ਜੁੜੇ, ਸਾਰੀ ਸੰਗਤ ਦਾ ਧੰਨਵਾਦ। ਆਓ ਆਰੰਭਤਾ ਕਰੀਏ। ਸਤਿਗੁਰੂ ਰਹਿਮਤ ਕਰਦੇ ਨੇ। ਰਾਗ ਗੌੜੀ ਗੁਆਰੇਰੀ, ਮਹੱਲਾ ਪਹਿਲਾ, ਚੌਪਦੇ 2 ਪਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਜੋ ਗਿਣਤੀ ਦੇ ਵਿੱਚ ਤੀਸਰਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਇਹ ਰਾਗ ਹੈ, ਤੀਸਰੇ ਨੰਬਰ ਤੇ ਆਉਂਦਾ ਹੈ ਇਹ ਰਾਗ। ਇਹ ਜਿਹੜਾ ਗੁਰਮਤਿ ਸੰਗੀਤ ਤੋਂ ਇਲਾਵਾ ਇਸ ਰਾਗ ਨੂੰ ਭਾਰਤੀ ਸੰਗੀਤ ਦੇ ਵਿੱਚ ਵੀ ਗੌੜੀ ਰਾਗ ਪੁਰਾਤਨ ਅਤੇ ਮਹੱਤਵਪੂਰਨ ਬੜਾ ਰਾਗ ਹੈ। ਭਾਰਤੀ ਸੰਗੀਤ ਵਿੱਚ ਵੀ ਗਾਇਆ ਜਾਂਦਾ ਹੈ ਗੌੜੀ ਰਾਗ। ਭਾਰਤੀ ਸੰਗੀਤ ਦੇ ਜਿਹੜੇ ਗ੍ਰੰਥ ਆ, ਉਹਨਾਂ ਦੇ ਵਿੱਚ ਵੀ ਕਈ ਨਾਵਾਂ ਦੇ ਨਾਲ ਲਿਖਿਆ, ਜਿਵੇਂ ਗੌੜੀ, ਗੋਰੀ, ਗਵਰੀ, ਗੌੜੀ ਆਦਿਕ ਕਈ ਨਾਮ ਇਹਦੇ ਵਰਤੇ ਗਏ ਆ। ਤੇ ਸ੍ਰੀ ਗੌੜੀ ਸ੍ਰੀ ਰਾਗ ਦੀ ਰਾਗਣੀ ਹੈ, ਜੋ ਰਾਗਮਾਲਾ ਦੇ ਵਿੱਚ ਦਰਜ ਹੈ। ਮਹਾਰਾਜ ਨੇ ਲਿਖਿਆ ਹੈ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ, ਤੇ ਪਾਸ਼ਾ ਸਿੰਧਵੀ ਅਲਾਪੀ ਸ੍ਰੀ ਰਾਗ ਸਿੰਘ ਪਹੁੰਚੋ ਥਾਪੀ। ਤੇ ਸੰਗੀਤ ਰਤਨਾਕਰ ਅਨੁਸਾਰ 5 ਪ੍ਰਕਾਰ ਦੇ ਗੀਤਾਂ ਵਿੱਚ ਗੌੜੀ ਨੂੰ ਤੀਸਰਾ ਗੀਤ ਮੰਨਿਆ। ਸੁਦਾ ਗੀਤ, ਭਿੰਨਾ ਗੀਤ ਤੇ ਗੌੜੀ ਗੀਤ, ਤੇ ਚੌਥਾ ਬੈਸਰਾ ਗੀਤ ਤੇ ਪੰਜਵਾਂ ਸਧਾਰਨੀ ਗੀਤ ਗੌੜੀ ਗੀਤ ਦਾ ਰੂਪ ਲਿਖਿਆ ਗਿਆ ਹੈ। ਸੋ ਇਸ ਪ੍ਰਕਾਰ ਗੌੜੀ ਇੱਕ ਰਾਗਣੀ ਹੈ ਜੋ ਪੂਰਬੀ ਥਾੜ ਦੀ ਔੜਵ ਤੇ ਛਾੜਵ ਹੈ। ਇਹਦੇ ਵਿੱਚ ਸ੍ਰੀ ਰਾਗ ਦਾ ਅੰਗ ਹੈ। ਇਹਦੀ ਅਰੋਹੀ ਦੇ ਵਿੱਚ ਗੰਧਾਰ ਤੇ ਧੈਵਤ ਵਰਜਿਤ ਹਨ। ਜਿਹੜੇ ਸੰਗੀਤ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਪਤਾ ਹੈ। ਰਿਸ਼ਵਵਾਦੀ ਪੰਚਮ ਸੰਵਾਦੀ ਇਹਦੀ ਰਿਸ਼ਵ ਅਤੇ ਧੈਵਤ ਕੋਮਲ ਤੇ ਮੱਧਮ ਇਹਦਾ ਤੀਵਰ ਹੈ। ਬਾਕੀ ਸਾਰੇ ਸੁਰ ਇਹਦੇ ਵਿੱਚ ਸੁੱਧ ਲੱਗਦੇ ਆ। ਗਾਉਣ ਦਾ ਜਿਹੜਾ ਸਮਾਂ ਇਸ ਰਾਗ ਨੂੰ, ਗੌੜੀ ਰਾਗ ਨੂੰ, ਉਹ ਦਿਨ ਵੇਲੇ ਦਾ ਚੌਥਾ ਪਹਿਰ ਮੰਨਿਆ ਜਾਂਦਾ ਹੈ। ਦਿਨ ਵੇਲੇ ਦਾ ਚੌਥਾ ਪਹਿਰ ਜਿਹੜਾ ਹੈ ਉਹ ਇਸ ਰਾਗ ਨੂੰ ਗਾਉਣ ਦਾ ਸਮਾਂ ਹੈ। ਤੇ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਗੌੜੀ ਗੁਆਰੇਰੀ। ਗੁਆਰੇਰੀ ਜਿਹੜੀ ਗੌੜੀ ਹੈ, ਇਹ ਗੁਆਰੇਰੀ ਜਾਤੀ ਹੈ। ਰਾਗ ਗੌੜੀ ਗੁਆਰੇਰੀ। ਰਾਗ ਗੌੜੀ ਗੁਆਰੇਰੀ ਗੁਰਮਤਿ ਸੰਗੀਤ ਦਾ ਬੜਾ ਮੌਲਿਕ ਰਾਗ ਆ। ਮਤਲਬ ਗੌੜੀ ਦੀ ਗਾਂ ਕਿਸਮ ਹੈ, ਜਿਹਨੂੰ ਆਪਾਂ ਗਾਂ ਕਹਿ ਦਈਏ ਕਿ ਅਗਲਾ ਜਿਹੜਾ ਰਾਗ ਹੈ ਇੱਕ ਗੌੜੀ ਗੁਆਰੇਰੀ ਵੱਖਰੀ ਕਿਸਮ ਹੈ।
ਜੋ ਗੌੜੀ ਰਾਗ ਦੇ ਨਾਲ ਸੰਬੰਧ ਰੱਖਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜੀ ਗੌੜੀ ਹੈ, ਗੌੜੀ ਦੇ ਪ੍ਰਕਾਰਾਂ ਵਜੋਂ ਇਹਨੂੰ ਦਰਜ ਕੀਤਾ ਗਿਆ ਗੁਹਾਰੇਰੀ ਗੌੜੀ ਨੂੰ। ਇਸ ਰਾਗ ਅਧੀਨ ਮਹੱਲੇ ਪਹਿਲਾ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਤੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਹੈ ਉਹ ਇਸ ਗੌੜੀ ਗੁਹਾਰੇਰੀ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਭਾਰਤੀ ਸੰਗੀਤ ਦੀਆਂ ਦੋਵੇਂ ਪੱਧਤੀਆਂ ਦੇ ਸੰਗੀਤ ਗ੍ਰੰਥਾਂ ਵਿੱਚ ਇਸ ਰਾਗ ਦਾ ਉਲੇਖ ਜਿਹੜਾ ਨਹੀਂ ਮਿਲਦਾ। ਗੁਹਾਰੇਰੀ ਰਾਗ ਦਾ ਉਲੇਖ ਨਹੀਂ ਮਿਲਦਾ। ਇਸ ਰਾਗ ਦਾ ਪ੍ਰਚਲਨ ਕੇਵਲ ਗੁਰਮਤਿ ਸੰਗੀਤ ਵਿੱਚ ਹੀ ਮਿਲਦਾ ਹੈ, ਗੁਹਾਰੇਰੀ ਰਾਗ ਦਾ। ਹਾਂ, ਆਪ ਜੀ ਨੇ ਧਿਆਨ ਦੇਣਾ, ਗੌੜੀ ਰਾਗ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਦੂਸਰਿਆਂ ਗ੍ਰੰਥਾਂ ਦੇ ਵਿੱਚ, ਜਿਹੜੇ ਧਾਰਮਿਕ ਗ੍ਰੰਥ ਨੇ, ਭਾਵ ਜਿਹੜੇ ਹਿੰਦੁਸਤਾਨ ਦੇ ਹੋਰ ਗ੍ਰੰਥ ਨੇ ਉਹਨਾਂ ਦੇ ਵਿੱਚ ਗੌੜੀ ਰਾਗ ਦਾ ਜ਼ਿਕਰ ਮਿਲਦਾ, ਪਰ ਗੁਹਾਰੇਰੀ ਗੌੜੀ ਦਾ ਜ਼ਿਕਰ ਨਹੀਂ ਮਿਲਦਾ। ਇਹ ਸਿਰਫ ਜਿਹੜਾ ਜ਼ਿਕਰ ਹੈ ਉਹ ਗੁਰਮਤਿ ਸੰਗੀਤ ਦੇ ਵਿੱਚ ਮਿਲਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ। ਇਹ ਇੱਕ ਵਿਸ਼ੇਸ਼ਤਾ ਹੈ ਖਾਸ ਕਰਕੇ ਗੁਰਮਤਿ ਸੰਗੀਤ ਦੀ। ਇਸ ਰਾਗ ਦਾ ਪ੍ਰਚਲਨ ਕੇਵਲ ਗੁਰਮਤਿ ਸੰਗੀਤ ਦੇ ਵਿੱਚ ਹੀ ਆ। ਇਹਦਾ ਸੁਰਾਤਮਕ ਸਰੂਪ ਜਿਹੜਾ ਰੰਜਕ ਹੈ, ਇਸ ਰਾਗ ਵਿੱਚ ਰਿਸ਼ਭ ਰੇ ਜਿਹੜਾ ਕੋਮਲ ਲੱਗਦਾ, ਮਾਧਿਅਮ ਮਾ ਜਿਹੜਾ ਤੀਵਰ ਹੈ, ਤੇ ਬਾਕੀ ਸਾਰੇ ਸੁਰ ਸ਼ੁੱਧ ਲੱਗਦੇ ਆ। ਆਰੋਹ ਤੇ ਵਿੱਚ ਰਿਸ਼ਭ ਜਿਹੜਾ ਪੰਚਮ ਤੇ ਅਵਰੋਹ ਦੇ ਵਿੱਚ ਕੇਵਲ ਪੰਚਮ ਵਰਜਿਤ ਹੈ। ਇਹਦਾ ਵਾਦੀ ਗੰਧਾਰ ਸੰਵਾਦੀ ਧੈਵਤ ਦੇ ਸਮਾਂ ਰਾਤ ਦਾ ਪਹਿਲਾ ਪੈਰ ਹੈ ਤੇ ਇਸ ਰਾਗ ਦੀ ਜਿਹੜੀ ਜਾਤੀ ਹੈ ਔੜਵ ਛਾੜਵ ਹੈ, ਇਸ ਗੌੜੀ ਗੁਹਾਰੇਰੀ ਰਾਗ ਦੀ। ਸੋ ਇਸ ਗੌੜੀ ਗੁਹਾਰੇਰੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ ਹੈ। ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ। ਚੌਪਦੇ ਦੋ ਪਦੇ, ਚੌਪਦੇ ਵੀ ਨੇ ਤੇ ਵਿੱਚ ਦੋ ਦੋ ਬੰਦਾਂ ਵਾਲੇ ਸ਼ਬਦ ਵੀ ਨੇ ਤੇ ਚਾਰ ਚਾਰ ਬੰਦਾਂ ਵਾਲੇ ਸ਼ਬਦ ਵੀ ਮਹਾਰਾਜ ਨੇ ਉਚਾਰਨ ਕੀਤੇ। ਇੱਕ ਓੰਕਾਰ ਸਤਨਾਮ ਇੱਕੋ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਜਿਹਦੇ ਵਰਗਾ ਹੋਰ ਕੋਈ ਨਹੀਂ ਹੈ। ਸਤਨਾਮ ਜਿਹੜਾ ਜਿਹਦਾ ਨਾਮ ਸੱਚਾ ਹੈ, ਹੋਂਦ ਵਾਲਾ ਹੈ, ਜਿਹਦਾ ਨਾਮ ਜੋ ਕਰਤਾ ਹੈ, ਕਰਨ ਵਾਲਾ, ਪੁਰਖ ਰੂਪ ਹੋ ਕਰਕੇ ਸਾਰਿਆਂ ਦੇ ਅੰਦਰ ਵਿਦਮਾਨ ਹੈ। ਨਿਰਭਉ ਜਿਹਨੂੰ ਕਿਸੇ ਦਾ ਭਉ ਨਹੀਂ, ਨਿਰਵੈਰ ਉਹਦਾ ਕਿਸੇ ਦੇ ਨਾਲ ਵੈਰ ਵੀ ਨਹੀਂ ਹੈ। ਅਕਾਲ ਮੂਰਤ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹਦੀ ਮੂਰਤੀ ਸਮੇਂ ਤੋਂ ਬਾਹਰ ਹੈ। ਸਾਡੀਆਂ ਮੂਰਤਾਂ ਸਮੇਂ ਦੇ ਵਿੱਚ ਹਨ, ਪਰ ਪਰਮੇਸ਼ਰ ਜਿਹੜਾ ਸਮੇਂ ਤੋਂ ਬਾਹਰ ਹੈ। ਅਜੂਨੀ ਉਹ ਕਿਸੇ ਜੂਨੀ ਦੇ ਵਿੱਚ ਨਹੀਂ ਆਉਂਦਾ, ਭਾਵ ਜਨਮ ਨਹੀਂ ਲੈਂਦਾ ਗਰਭ ਜੂਨਾਂ ਦੇ ਵਿੱਚ। ਸਹਿਭੰਗ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਆਪ ਤੋਂ ਆਪ ਪ੍ਰਗਟ ਹੋਇਆ ਹੈ। ਸਹਿਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ। ਗੁਰ ਪ੍ਰਸਾਦ ਤੇ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ। ਇਹ ਸਭ ਤੋਂ ਵੱਡਾ ਮੰਗਲਾਚਰਨ ਇਸ ਰਾਗ ਦੇ ਆਰੰਭ ਤੇ ਮਹਾਰਾਜ ਨੇ ਦਰਜ ਕੀਤਾ। ਸ਼ਬਦ ਸ਼ੁਰੂ ਹੋਣ ਲੱਗਾ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਭਉ ਮੁਝ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚਲੀਐ ਸਹੀਐ ਭਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨ ਲੰਘਸ ਪਾਰ, ਭੈ ਭਉ ਰਾਖਿਆ ਭਾਏ ਸਵਾਰ ਰਹਾਉ। ਮਹਾਰਾਜ ਕਹਿੰਦੇ ਆ, ਭਾਈ ਭਉ ਮੁੱਚ ਭਾਰਾ ਵੱਡਾ ਤੋਲ, ਕਿ ਪ੍ਰਭੂ ਦਾ ਡਰ ਜਿਹੜਾ ਨਾ ਉਹ ਬਹੁਤ ਭਾਰਾ ਹੈ ਤੇ ਇਹਦਾ ਤੋਲ ਜਿਹੜਾ ਹੈ ਉਹ ਵੱਡਾ ਹੈ। ਪ੍ਰਭੂ ਦਾ ਡਰ ਇਹ ਯਕੀਨੀ ਹੈ ਕਿ ਪ੍ਰਭੂ ਮੇਰੇ ਅੰਦਰ ਵਸਦਾ ਹੈ ਤੇ ਸਭ ਦੇ ਵਿੱਚ ਵਸਦਾ। ਇਹ ਡਰ ਰੱਖਣਾ ਚਾਹੀਦਾ ਮਨੁੱਖ ਨੂੰ। ਤੇ ਮੁੱਚ ਦਾ ਅਰਥ ਹੁੰਦਾ ਬਹੁਤ ਜ਼ਿਆਦਾ। ਇਹ ਅਦਬ ਇਹ ਭੈ ਜਿਹੜਾ ਮਨੁੱਖ ਨੂੰ ਅੰਦਰ ਰੱਖਣਾ ਚਾਹੀਦਾ ਹੈ, ਤੋਲਣਾ ਚਾਹੀਦਾ ਹੈ ਕਿ ਪਰਮੇਸ਼ਰ ਜੀਵਨ ਦੇ ਉੱਤੇ ਉਹਦੀ ਨਿਗਾਹ ਹੈ, ਹਰ ਚੀਜ਼ ਨੂੰ ਵੇਖਦਾ ਹੈ। ਮਨ ਮਤ ਹੌਲੀ ਬੋਲੇ ਬੋਲ, ਮਹਾਰਾਜ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਮੱਤ ਹੈ, ਹੌਲੀ ਹੌਲੀ ਭਾਵ ਹੋਛੀ, ਬੋਲੇ ਬੋਲ ਉਹ ਬੋਲ ਕਰਦੀ ਹੈ, ਵਚਨ ਕਰਦੀ ਹੈ, ਹੋਸ਼ਾ ਵਚਨ ਕਰਦੀ ਹੈ, ਢਿੱਲਾ ਵਚਨ ਕਰਦੀ ਹੈ, ਚੰਗਾ ਵਚਨ ਨਹੀਂ ਕਰਦੀ। ਸਿਰ ਧਰ ਚਲੀਏ ਸਹੀ ਹੈ ਭਾਰ,
ਮਹਾਰਾਜ ਕਹਿੰਦੇ ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ ਚੱਲੀਏ ਤੇ ਆਪਣੇ ਜੀਵਨ ਨੂੰ ਗੁਜ਼ਾਰੀਏ ਅਤੇ ਉਸ ਪ੍ਰਭੂ ਦਾ ਡਰ ਸਹਾਰ ਸਕੀਏ, ਭਾਵ ਉਸ ਵਾਹਿਗੁਰੂ ਦੇ ਡਰ ਅਦਬ ਉਹਦੇ ਭੈ ਦੇ ਵਿੱਚ ਚਲੀਏ, ਨਦਰੀ ਕਰਮੀ ਗੁਰ ਵਿਚਾਰ। ਮਹਾਰਾਜ ਕਹਿੰਦੇ ਫਿਰ ਭਾਈ ਉਹਦੀ ਨਦਰ ਕਰਮ ਹੋ ਜਾਂਦੀ ਹੈ, ਉਹਦੀ ਬਖਸ਼ਿਸ਼ ਹੋ ਜਾਂਦੀ ਹੈ। ਤੇ ਬਖਸ਼ਿਸ਼ ਹੁੰਦੀ ਕਿਵੇਂ? ਗੁਰੂ ਦੀ ਵਿਚਾਰ ਲੈ ਕੇ। ਜਦੋਂ ਮਨੁੱਖ ਗੁਰੂ ਦੀ ਵਿਚਾਰ ਸੁਣਦਾ ਹੈ, ਗੁਰੂ ਦੀ ਵਿਚਾਰ ਪ੍ਰਾਪਤ ਕਰਦਾ ਹੈ, ਤੇ ਸਤਿਗੁਰੂ ਕਹਿੰਦੇ ਆ ਫਿਰ ਉਹਦੇ ਉੱਤੇ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ। ਸੋ ਵਾਹਿਗੁਰੂ ਦੀ ਭੈ ਬਿਨ ਕੋਈ ਨ ਲੰਘਸ ਪਾਰ, ਭੈ ਭਾਉ ਰਾਖਿਆ ਭਾਏ ਸਵਾਰ। ਭੈ ਡਰ ਮਾਰੇ ਪਰ ਕਹਿੰਦੇ ਆ ਕਿ ਭਾਈ ਪਰਮੇਸ਼ਰ ਵਾਹਿਗੁਰੂ ਦੇ ਭੈ ਤੋਂ ਬਿਨਾਂ ਕੋਈ ਵੀ ਪਾਰ ਨਹੀਂ ਲੰਘ ਸਕਦਾ। ਹਰੇਕ ਦੇ ਅੰਦਰ ਇਹ ਡਰ ਹੋਣਾ ਚਾਹੀਦਾ ਹੈ ਕਿ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਸਦਾ ਹੀ ਸਾਨੂੰ ਵੇਖ ਰਿਹਾ ਹੈ ਤੇ ਸਦਾ ਹੀ ਸਾਡੇ ਨਾਲ ਹੈ। ਮਹਾਰਾਜ ਕਹਿੰਦੇ ਜਿਹਦੇ ਅੰਦਰ ਇਹ ਭੈ ਵਸ ਗਿਆ, ਡਰ ਵਸ ਗਿਆ, ਮਹਾਰਾਜ ਕਹਿੰਦੇ ਉਹ ਪਾਰ ਉਤਰ ਸਕਦਾ। ਪਰ ਜਿਹਦੇ ਅੰਦਰ ਇਹ ਡਰ ਨਹੀਂ ਵਸਿਆ, ਜਿਹੜਾ ਬੰਦਾ ਹੋਛਾ ਹੋ ਕੇ ਚੱਲਦਾ ਜੀਵਨ ਦੇ ਵਿੱਚ, ਮਨਮੱਤ ਕਰਦਾ ਹੈ, ਸਤਿਗੁਰੂ ਕਹਿੰਦੇ ਭਾਈ ਉਹ ਪਾਰ ਨਹੀਂ ਲੰਘ ਸਕਦਾ ਇਸ ਭਵਜਲ ਸੰਸਾਰ ਤੋਂ। ਭੈ ਭਾਉ ਰਾਖਿਆ ਭਾਏ ਸਵਾਰ। ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਨੇ ਜਿਹੜਾ ਭੈ ਤੇ ਭਾਉ, ਭੈ ਤੇ ਡਰ ਜਿਹੜਾ ਹੈ ਨਾ, ਜੋ ਵਾਹਿਗੁਰੂ ਦਾ ਡਰ ਹੈ, ਰਾਖਿਆ ਭਾਏ ਸਵਾਰ। ਮਹਾਰਾਜ ਕਹਿੰਦੇ ਉਹਨੂੰ ਸਵਾਰ ਕੇ ਰੱਖਿਆ ਹੀ ਪਿਆਰ ਦੇ ਨਾਲ। ਪ੍ਰਭੂ ਦਾ ਡਰ ਜਿਹੜਾ ਨਾ, ਉਹਦੇ ਵਿੱਚ ਰਹਿ ਕੇ ਪ੍ਰਭੂ ਪਿਆਰ ਦੇ ਰਾਹੀਂ ਆਪਣਾ ਜੀਵਨ ਜਿਹੜਾ ਸਵਾਰ ਕੇ, ਪ੍ਰਭੂ ਦਾ ਡਰ ਅਰਬ ਆਪਣੇ ਹਿਰਦੇ ਵਿੱਚ ਟਿਕਾ ਕੇ ਜਿਹਨੇ ਰੱਖਿਆ ਹੈ, ਭਾਵ ਜਿਹਨੇ ਸ਼ਰਧਾ ਬਣਾ ਲਈ ਕਿ ਪ੍ਰਭੂ ਮੇਰੇ ਅੰਦਰ ਤੇ ਮੇਰੇ ਵਿੱਚ ਵਸਦਾ, ਇਹਨੇ ਸ਼ਰਧਾ ਬਣਾ ਲਈ, ਮਹਾਰਾਜ ਕਹਿੰਦੇ ਉਹਨੇ ਆਪਣਾ ਜੀਵਨ ਸਵਾਰ ਲਿਆ। ਭੈ ਭਾਉ ਰਾਖਿਆ ਭਾਏ ਸਵਾਰ। ਭਾਏ ਸਵਾਰ ਸਜਾ ਕੇ ਸੋਹਣਾ ਕਰਕੇ ਪਰਮੇਸ਼ਰ ਨੇ ਇਹ ਜਿਹੜਾ ਡਰ ਆ ਇਹ ਰੱਖਿਆ ਹੈ। ਇਹਦੇ ਵਿੱਚ ਹੀ ਜਦੋਂ ਪਰਮੇਸ਼ਰ ਦਾ ਡਰ ਮਨੁੱਖ ਦੇ ਅੰਦਰ ਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹਦਾ ਪ੍ਰੇਮ ਵਾਹਿਗੁਰੂ ਨਾਲ ਬਣ ਜਾਂਦਾ। ਜਿਹੜਾ ਡਰ ਕੇ ਕਹਿੰਦਾ ਹੈ ਕਿ ਮੈਂ ਕੋਈ ਵਿਕਾਰ ਨਹੀਂ ਕਮਾਵਾਂਗਾ, ਮੈਂ ਕਿਸੇ ਨਾਲ ਧੱਕਾ ਨਹੀਂ ਕਰਾਂਗਾ, ਤੇ ਫਿਰ ਉਹਦੇ ਅੰਦਰ ਸਾਧ ਸੰਗਤ ਆਟੋਮੈਟਿਕ ਪਰਮੇਸ਼ਰ ਵਾਹਿਗੁਰੂ ਦੇ ਨਾਲ ਉਹਦਾ ਪਿਆਰ ਬਣ ਆਉਂਦਾ ਹੈ। ਫਿਰ ਉਹ ਹਰ ਕਿਸੇ ਦੇ ਨਾਲ ਪਿਆਰ ਕਰਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆ ਭੈ ਦੇ ਵਿੱਚੋਂ ਪਿਆਰ ਪ੍ਰਗਟ ਹੁੰਦਾ। ਭੈ ਭਾਉ ਰਾਖਿਆ ਭਾਏ ਸਵਾਰ। ਇਹ ਪਿਆਰ, ਭਾਏ ਦਾ ਅਰਥ ਪਿਆਰ ਦੇ ਨਾਲ ਸਵਾਰ ਕੇ ਰੱਖਿਆ ਪਰਮੇਸ਼ਰ ਨੇ, ਪ੍ਰੇਮ ਦੇ ਨਾਲ ਸਵਾਰ ਕੇ ਰੱਖਿਆ ਡਰ। ਜਿਹਦੇ ਅੰਦਰ ਡਰ ਵਸ ਗਿਆ ਵਾਹਿਗੁਰੂ ਦਾ, ਉਹਦੇ ਅੰਦਰ ਆਟੋਮੈਟਿਕ ਹੀ ਪਰਮੇਸ਼ਰ ਦਾ ਪਿਆਰ ਜਿਹੜਾ ਉਹ ਆ ਜਾਂਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਰਹਿਮਤ ਕਰਦੇ ਨੇ। ਭੈ ਤਨ ਅਗਣ ਭਖੈ ਭੈ ਨਾਲ, ਭੈ ਭਾਉ ਘੜੀਐ ਸ਼ਬਦ ਸਵਾਰ। ਭੈ ਬਿਨ ਘਾੜਤ ਕੱਚ ਨਿਕਚ, ਅੰਧਾ ਸੱਚਾ ਅੰਧੀ ਸੱਟ। ਭੈ ਤਨ ਅਗਣ ਭਖੈ ਭੈ ਨਾਲ। ਸਤਿਗੁਰ ਕਹਿੰਦੇ ਭਾਈ ਪ੍ਰਭੂ ਦੇ ਡਰ ਅਦਬ ਦੇ ਵਿੱਚ ਰਿਹਾ, ਉਹਦੇ ਡਰ ਦੇ ਵਿੱਚ ਜਿਹੜਾ ਰਹਿੰਦਾ ਹੈ, ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਜਿਹੜੀ ਟਿਕੀ ਰਹਿੰਦੀ ਹੈ। ਜਿਹੜੇ ਅੰਦਰ ਇਹ ਤਾਂਘ ਟਿਕ ਗਈ ਨਾ ਕਿ ਮੈਂ ਇਹਨੂੰ ਮਿਲਣਾ ਹੈ, ਸਤਿਗੁਰ ਕਹਿੰਦੇ ਭੈ ਤਨ ਅਗਣ ਭਖੈ ਭੈ ਨਾਲ। ਮਹਾਰਾਜ ਕਹਿੰਦੇ ਅਗਣ ਦਾ ਅਰਥ ਇੱਥੇ ਕਰਾਂਗੇ ਤਾਂਘ। ਪਰਮੇਸ਼ਰ ਦੀ ਤਾਂਘ ਜਿਹੜੀ ਹੈ ਨਾ ਮਨੁੱਖ ਦੇ ਅੰਦਰ, ਉਹ ਟਿਕੀ ਰਹਿੰਦੀ ਹੈ ਭੈ ਦੇ ਵਿੱਚ। ਜਿਹੜਾ ਮਨੁੱਖ ਪਰਮੇਸ਼ਰ ਦਾ ਡਰ ਜੀਵਨ ਚ ਲੈ ਕੇ ਆਉਂਦਾ, ਉਹਨੂੰ ਹੁੰਦਾ ਕਿ ਮੈਂ ਰੱਬ ਨਾਲ ਮਿਲ ਪਾਵਾਂ, ਪਰਮੇਸ਼ਰ ਨਾਲ ਮੇਰੀ ਬਣ ਆਵੇ। ਭੈ ਭਾਉ ਘੜੀਏ ਸ਼ਬਦ ਸਵਾਰ। ਸਤਿਗੁਰ ਕਹਿੰਦੇ ਭਾਈ ਜਿਹੜਾ ਭੈ ਹੈ, ਭਾਉ ਹੈ, ਉਹ ਘੜੀਐ। ਭਾਉ ਦੀ ਘਾਟ ਘੜੀ ਜਾਂਦੀ ਹੈ, ਜੀਵਨ ਘੜਿਆ ਜਾਂਦਾ ਗੁਰੂ ਦੇ ਸ਼ਬਦ ਰਾਹੀਂ। ਸ਼ਬਦ ਸਵਾਰ, ਸ਼ਬਦ ਰਾਹੀਂ ਮਨੁੱਖ ਆਪਣਾ ਆਪਾ ਸਵਾਰ ਲੈਂਦਾ ਹੈ। ਪਰਮੇਸ਼ਰ ਦੇ ਡਰ ਚ ਚੱਲ ਕੇ, ਜੀਵਨ ਨੂੰ ਇੱਕ ਨਿਯਮ ਚ ਢਾਲ ਕੇ, ਜੀਵਨ ਨੂੰ ਇੱਕ ਚੰਗਾ ਸਵਾਰ ਸਕਦਾ ਮਨੁੱਖ, ਜੇ ਮਨੁੱਖ ਪਰਮੇਸ਼ਰ ਦੇ ਭਾਉ ਚ ਰਵੇ ਤੇ ਸ਼ਬਦ ਦੇ ਨਾਲ ਆਪਣੇ ਮਨ ਤੇ ਚੋਟਾ ਮਾਰਦਾ ਰਵੇ। ਭੈ ਬਿਨ ਘਾੜਤ ਕੱਚ ਨਿਕਚ, ਅੰਧਾ ਸੱਚਾ ਅੰਧੀ ਸੱਟ। ਮਹਾਰਾਜ ਕਹਿੰਦੇ ਭੈ ਤੋਂ ਬਿਨਾਂ, ਉਸ ਵਾਹਿਗੁਰੂ ਦੇ ਅਦਬ ਡਰ ਤੋਂ ਬਿਨਾਂ ਸਾਡੀ ਸਾਰੀ ਉਮਰ ਜਿਹੜੀ ਹੈ, ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ, ਕੱਚੀ ਹੋ ਜਾਂਦੀ ਹੈ। ਕੱਚ ਨਿਕਚ, ਬਿਲਕੁਲ ਕੱਚੀ।
ਸਾਡੇ ਜੀਵਨ ਦੀ ਘਾਟ ਤੇ ਕੱਚੀ ਹੈ, ਜਿਹਦੇ ਜੀਵਨ 'ਚ ਨਿਯਮ ਹੀ ਨਹੀਂ ਆਇਆ, ਪਰਮੇਸ਼ਰ ਦਾ ਡਰ ਹੀ ਨਹੀਂ ਆਇਆ, ਜਿਹਨੇ ਕਦੀ ਵਾਹਿਗੁਰੂ ਨੂੰ ਜਪਿਆ ਹੀ ਨਹੀਂ, ਉਸ ਵਾਹਿਗੁਰੂ ਦੇ ਨਾਲ ਪ੍ਰੇਮ ਪਾਇਆ ਹੀ ਨਹੀਂ, ਤੇ ਮਹਾਰਾਜ ਕਹਿੰਦੇ ਉਹ ਜੀਵਨ ਦੇ ਵਿੱਚ ਕੱਚਾ ਮਨੁੱਖ ਹੈ, ਕੱਚ ਨਹੀਂ ਕੱਚ, ਜਿਹਨੇ ਘੜਿਆ ਨਹੀਂ ਆਪਣੇ ਜੀਵਨ ਨੂੰ ਭੈ ਦੇ ਨਾਲ। ਅੰਧਾ ਸੱਚਾ, ਅੰਧੀ ਸੱਟ। ਮਹਾਰਾਜ ਕਹਿੰਦੇ ਆ ਸੱਚਾ ਦਾ ਅਰਥ ਹੁੰਦਾ ਸਾਂਚਾ, ਜਿਹਦੇ ਵਿੱਚ ਕੋਈ ਚੀਜ਼ ਬਣਾ ਕੇ ਢਾਲ ਕੇ ਤੇ ਉਹ ਬਣਾਈ ਜਾਂਦੀ ਹੈ। ਜਿਵੇਂ ਇੱਟਾਂ ਬਣਾਉਣ ਵਾਸਤੇ ਸਾਂਚੇ ਬਣੇ ਹੁੰਦੇ ਆ ਨਾ, ਉਹ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਸੱਚਾ। ਇਹਦੇ ਸੱਚਾ ਦਾ ਅਰਥ ਜਿਹੜਾ ਉਹ ਸਾਂਚੇ ਦੀ ਗੱਲ ਮਹਾਰਾਜ ਨੇ ਕੀਤੀ ਹੈ। ਸਤਿਗੁਰੂ ਜੀ, ਕਿਉਂਕਿ ਜਿਸ ਸੱਚੇ ਦੇ ਵਿੱਚ, ਜੇ ਸਾਂਚੇ ਦੇ ਵਿੱਚ ਜੀਵਨ ਨੂੰ ਢਾਲਣਾ ਹੁੰਦਾ ਹੈ, ਅੰਧਾ ਸੱਚਾ ਅੰਧੀ ਸੱਟ, ਮਹਾਰਾਜ ਕਹਿੰਦੇ ਭਾਈ ਉਹ ਹੋਛਾਪਣ ਪੈਦਾ ਕਰਨ ਵਾਲਾ ਹੁੰਦਾ ਹੈ, ਤੇ ਸਾਡੇ ਯਤਨ ਵੀ ਅਗਿਆਨਤਾ ਵਾਲੇ ਹੁੰਦੇ ਆ। ਕਿਉਂਕਿ ਮਨੁੱਖ ਦਾ ਇੱਕ ਸਾਧ ਸੰਗਤ ਤੇ ਇੱਕ ਦਾਇਰਾ ਬਣ ਜਾਂਦਾ ਜੀਵਨ ਦਾ। ਜਦੋਂ ਮਨੁੱਖ ਰੱਬ ਨੂੰ ਯਾਦ ਨਹੀਂ ਕਰਦਾ, ਫਿਰ ਉਹ ਕਹਿੰਦਾ ਮੈਂ ਹੀ ਸੱਚਾ ਹਾਂ, ਮੇਰਾ ਜੀਵਨ ਹੀ ਸੱਚਾ। ਤੇ ਮਹਾਰਾਜ ਕਹਿੰਦੇ ਉਹ ਸੱਚਾ ਜਿਹੜਾ ਨਾ, ਉਹ ਆਪਣੇ ਆਪ ਨੂੰ ਸੱਚਾ ਕਹਿੰਦਾ ਹੈ ਕਿ ਮੈਂ ਸੱਚਾ ਹਾਂ। ਮਹਾਰਾਜ ਕਹਿੰਦੇ ਉਹ ਅੰਨਾ ਬੰਦਾ ਹੈ, ਅੰਧਾ ਸੱਚਾ ਅੰਧੀ ਸੱਟ। ਮਹਾਰਾਜ ਕਹਿੰਦੇ ਉਹਦਾ ਜੀਵਨ ਇੱਕ ਸਾਂਚੇ ਦੇ ਵਿੱਚ ਢਲ ਗਿਆ, ਤੇ ਉਹਦਾ ਸਾਂਚਾ ਜਿਹੜਾ ਹੈ ਉਹ ਵੀ ਜੀਵਨ ਸੀਮਤ ਹੋ ਗਿਆ। ਉਹਨੂੰ ਇਹ ਨਹੀਂ ਪਤਾ ਪਰਮੇਸ਼ਰ ਕਿੰਨਾ ਬੇਅੰਤ ਹੈ। ਇਸ ਕਰਕੇ ਅੰਧੀ ਸੱਟ, ਤੇ ਮਹਾਰਾਜ ਕਹਿੰਦਾ ਉਹਦਾ ਹੋਸ਼ਾ ਜੀਵਨ। ਸੱਟ ਦਾ ਅਰਥ ਚੋਟ, ਉਹਦਾ ਕੀਤਾ ਹੋਇਆ ਉਦਮ ਉਹ ਵੀ ਜਿਹੜਾ ਹੈ ਉਹ ਕਿਸੇ ਕਿਨਾਰੇ ਨਹੀਂ ਪੈਂਦਾ, ਕਿਸੇ ਵੀ ਲੇਖੇ ਨਹੀਂ ਪੈਂਦਾ। ਇਸ ਕਰਕੇ ਉਹਦਾ ਜੀਵਨ ਨਹੀਂ ਸਵਰਦਾ, ਉਹਦਾ ਸੌੜੀ ਸੋਚ ਹੋ ਜਾਂਦੀ ਹੈ। ਬੁੱਧੀ ਬਾਜੀ ਉਪਜੈ ਚਾਓ, ਸਹਿਸ ਸਿਆਣਪ ਪਵੈ ਨ ਤਾਓ, ਨਾਨਕ ਮਨ ਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦੁਆਓ। ਬੁੱਧੀ ਬਾਜੀ ਉਪਜੈ ਚਾਓ। ਹੁਣ ਸਤਿਗੁਰ ਕਹਿੰਦੇ ਆ ਬਾਜੀ, ਬਾਜੀ ਦਾ ਅਰਥ ਹੁੰਦਾ ਇਹ ਜਿਹੜੀ ਖੇਡ ਚੱਲਦੀ ਪਈ ਸੰਸਾਰ ਦੀ। ਚਾਓ, ਸੰਸਾਰਿਕ ਚਾਓ ਜਿਹੜਾ ਹੈ, ਚੋਜ ਤਮਾਸ਼ੇ। ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਮਨੁੱਖ ਆ ਨਾ, ਉਹਨਾਂ ਦੀ ਬੁੱਧੀ ਜਿਹੜੀ ਹੈ ਜਗਤ ਦੀ ਖੇਡ ਵਿੱਚ ਲੱਗੀ ਰਹਿੰਦੀ ਹੈ। ਬੁੱਧੀ ਬਾਜੀ ਉਪਜੈ ਚਾਓ, ਤੇ ਇਹਨਾਂ ਨੂੰ ਦੇਖ ਕੇ, ਚੋਜ ਤਮਾਸ਼ਿਆਂ ਨੂੰ, ਸੰਸਾਰ ਦੇ ਚੋਜ ਤਮਾਸ਼ਿਆਂ ਨੂੰ ਵੇਖ ਕੇ, ਤੇ ਮਨੁੱਖ ਜਿਹੜਾ ਹੈ ਨਾ ਸਾਰੀ ਉਮਰ ਇਹਨਾਂ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ, ਇਹਨਾਂ ਦੇ ਵਿੱਚ ਹੀ ਰਚਿਤ ਰਹਿੰਦਾ ਹੈ, ਖੁਸ਼ ਰਹਿੰਦਾ ਹੈ, ਸੰਸਾਰ ਦੇ ਕੰਮ ਧੰਦਿਆਂ ਦੇ ਵਿੱਚ ਹੀ। ਮਹਾਰਾਜ ਕਹਿੰਦੇ ਬੁੱਧੀ ਦੇ ਨਾਲ ਹੀ ਸੰਸਾਰ ਨੂੰ ਵੇਖਦਾ ਹੈ, ਤੇ ਰੱਬ ਨੂੰ ਵੀ ਬੁੱਧੀ ਦੇ ਨਾਲ ਹੀ ਵੇਖਣਾ ਸ਼ੁਰੂ ਕਰ ਦਿੰਦਾ ਹੈ। ਤੇ ਜੋ ਬਾਜੀ ਸੰਸਾਰ 'ਚ ਚੱਲਦੀ ਪਈ ਹੈ, ਕੰਮ ਚੱਲਦਾ ਪਿਆ, ਉਸੇ ਨੂੰ ਹੀ ਕਰਦਾ ਰਹਿੰਦਾ ਹੈ। ਬੁੱਧੀ ਬਾਜੀ ਉਪਜੈ ਚਾਓ, ਤੇ ਉਹਦੇ ਵਿੱਚ ਹੀ ਲੱਗਾ ਰਹਿੰਦਾ ਹੈ। ਮਨ 'ਚ ਚਾਅ ਕਰਦਾ ਹੈ ਕਿ ਮੇਰੇ ਕੋਲ ਬਹੁਤ ਕੁਛ ਹੈ। ਸਹਿਜ ਸਿਆਣਪ ਪਵੈ ਨਾ ਤਾਓ। ਮਹਾਰਾਜ ਕਹਿੰਦੇ ਪਰ ਮਨੁੱਖ ਦੇ ਅੰਦਰ ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਕਰੀ ਜਾਵੇ, ਸਹਿਜ ਸਿਆਣਪ ਪਵੈ ਨਾ ਤਾਓ। ਮਹਾਰਾਜ ਕਹਿੰਦੇ ਇਹਦੇ ਨਾਲ ਕਦੀ ਵੀ ਮਨ ਜਿਹੜਾ ਢਲਦਾ ਨਹੀਂ ਹੈ। ਤਾਓ ਭਾਵ ਸੇਕਿਆ ਨਹੀਂ ਜਾਂਦਾ, ਢਾਲਿਆ ਨਹੀਂ ਜਾਂਦਾ, ਅਸਰ ਨਹੀਂ ਹੁੰਦਾ ਮਨ ਦੇ ਉੱਤੇ। ਜਿੰਨੀ ਮਰਜ਼ੀ ਸਿਆਣਪਾਂ ਮਨੁੱਖ ਵਰਤੀ ਜਾਵੇ, ਰੱਬ ਕਦੀ ਵੀ ਸਿਆਣਪਾਂ ਵਾਲੇ ਨੂੰ ਨਹੀਂ ਮਿਲਦਾ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ ਬੁੱਧੀ ਦੇ ਬਲ ਦੇ ਉੱਤੇ, ਪਰ ਪਰਮੇਸ਼ਰ ਜਿਹੜਾ ਹੈ ਨਾ, ਉਹਦੇ ਅਦਬ ਦੇ, ਉਹਦੇ ਭੈ ਦੇ ਵਿੱਚ ਰਹਿ ਕੇ ਇਹਨੂੰ ਪਾਇਆ ਜਾ ਸਕਦਾ ਹੈ। ਸਿਆਣਪਾਂ ਦੇ ਨਾਲ ਪਰਮੇਸ਼ਰ ਨੂੰ ਨਹੀਂ ਪਾਇਆ ਜਾ ਸਕਦਾ। ਨਾਨਕ ਮਨ ਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦੁਆਓ। ਸਤਿਗੁਰੂ ਕਹਿੰਦੇ ਭਾਈ ਇਹ ਨਾਨਕ ਮਨਮੁਖ ਜਿਹੜਾ ਬੰਦਾ ਹੈ, ਬੇਅਥਵਾ ਬੋਲਣ ਵਾਲਾ ਹੁੰਦਾ ਹੈ, ਵਾਧੂ ਬੋਲਦਾ ਹੈ। ਮਨਮੁਖ ਬੋਲਣ ਵਾਓ, ਵਾਓ ਦਾ ਅਰਥ ਵਾਧੂ, ਹਵਾ ਵਾਲੀਆਂ ਗੱਲਾਂ, ਕਿ ਮੈਂ ਰੱਬ ਨੂੰ ਇੰਝ ਪਾਲਾਂਗਾ ਉਂਝ ਪਾਲਾਂਗਾ। ਅੰਧਾ ਅੱਖਰ ਵਾਓ ਦੁਆਓ। ਮਹਾਰਾਜ ਕਹਿੰਦੇ ਉਹ ਅੰਨਾ ਹੈ, ਤੇ ਅਲੂਲ ਜਲੂਲ ਦੀਆਂ ਵਾਧੂ ਗੱਲਾਂ ਬੋਲਦਾ ਰਹਿੰਦਾ, ਵਾਓ ਦੁਆਓ ਇਹੋ ਜਿਹੀਆਂ ਗੱਲਾਂ ਬੋਲਦਾ ਰਹਿੰਦਾ। ਉਹਨੂੰ ਇਹ ਨਹੀਂ ਪਤਾ ਕਿ ਜੇ ਰੱਬ ਨੂੰ ਪਾਉਣਾ ਹੈ, ਤੇ ਉਹ ਰੱਬ ਦੇ ਭੈ ਦੇ ਵਿੱਚ, ਅਦਬ ਦੇ ਵਿੱਚ ਚੱਲ ਕੇ ਉਹਨੂੰ ਪਾਇਆ ਜਾ ਸਕਦਾ ਹੈ। ਹੋਰ ਕਿਸੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਾਇਆ ਜਾ ਸਕਦਾ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਏ, ਸੋ ਡਰ ਕੇਹਾ ਜਿਤ ਡਰ ਡਰ ਪਾਏ, ਤੁਧ ਬਿਨ ਦੂਜੀ ਨਾਹੀ ਜਾਏ, ਜੋ ਕਿਛ ਵਰਤੈ ਸਭ ਤੇਰੀ ਰਜਾਏ। ਹੁਣ ਮਹਾਰਾਜ ਨੇ ਅੱਗੇ ਡਰ ਦਾ ਹੋਰ ਵਿਸਥਾਰ ਕੀਤਾ ਅਗਲੇ ਸ਼ਬਦ ਦੇ ਵਿੱਚ। ਮਹਾਰਾਜ ਕਹਿੰਦੇ ਘਰ ਡਰ,
ਡਰ ਘਰ ਘਰ ਡਰ 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 ਜਾਏ। ਸਤਿਗੁਰੂ ਕਹਿੰਦੇ ਆ ਕਿ ਪ੍ਰਭੂ ਦਾ ਜਿਹੜਾ ਡਰ ਆ ਨਾ, ਅਦਬ ਦਾ ਡਰ, ਜਦੋਂ ਮਨੁੱਖ ਉਹ ਅਦਬ ਦੇ ਡਰ 'ਚ ਰਹਿੰਦਾ ਹੈ ਤੇ ਉਹਨੂੰ ਆਤਮਿਕ ਅਵਸਥਾ ਮਿਲ ਜਾਂਦੀ ਹੈ, ਜਿੱਥੇ ਮਨ ਪਰਮੇਸ਼ਰ ਦੇ ਚਰਨਾਂ 'ਚ ਜੁੜਿਆ ਰਹਿੰਦਾ ਹੈ ਤੇ ਹਿਰਦੇ ਦੇ ਵਿੱਚ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਹੈ ਤੇ ਸਭ ਦੇ ਵਿੱਚ ਵੱਸਦਾ ਹੈ। ਤੇ ਫਿਰ ਪਰਮੇਸ਼ਰ ਦੇ ਡਰ ਦੇ ਵਿੱਚ ਰਹਿਣ ਦੇ ਨਾਲ ਮਨੁੱਖ ਦੇ ਦੁਨੀਆ ਦੇ ਜਿਹੜੇ ਡਰ ਹਨ ਉਹ ਦੂਰ ਹੋ ਜਾਂਦੇ, ਦੁਨਿਆਵੀ ਡਰ ਮਨੁੱਖ ਦੇ ਚਲੇ ਜਾਂਦੇ। ਡਰ ਘਰ ਭਾਵ ਜਦੋਂ ਘਰ ਦੇ ਵਿੱਚ ਡਰ ਆ ਜਾਏ, ਘਰ ਭਾਵ ਜਿਹੜਾ ਸਾਡਾ ਮਨ ਹੈ ਉਹਦੇ ਵਿੱਚ ਸਾਡੇ ਮਨ ਦੇ ਵਿੱਚ ਜੇ ਰੱਬ ਦਾ ਭਾਵ, ਰੱਬ ਦਾ ਡਰ ਆ ਜਾਏ, ਘਰ ਡਰ, ਤੇ ਫਿਰ ਇਸ ਘਰ ਦੇ ਵਿੱਚ ਪੱਕਾ ਹੀ ਡਰ ਪਰਮੇਸ਼ਰ ਦਾ ਹੋ ਜਾਏ ਤੇ ਫਿਰ ਡਰ ਡਰ ਜਾਏ। ਜਿਹੜਾ ਡਰ ਹੈ ਉਹ ਵੀ ਡਰ ਜਾਂਦਾ ਹੈ। ਕਿਹੜਾ ਡਰ? ਦੁਨੀਆ ਦਾ ਡਰ, ਦੁਨੀਆ ਦਾ ਸਹਿਮ ਖਤਮ ਹੋ ਜਾਂਦਾ ਹੈ। ਸੋ ਡਰ ਕੇ ਹਾਜਤ ਡਰ ਡਰ ਪਾਏ। ਹੇ ਵਾਹਿਗੁਰੂ, ਤੁਹਾਡਾ ਕੈਸਾ ਡਰ ਹੈ ਇਹ, ਕਿੰਨਾ ਪਿਆਰਾ ਡਰ ਹੈ ਤੁਹਾਡਾ, ਜਿਹਦੇ ਨਾਲ ਦੁਨੀਆ ਦਾ ਡਰ ਡਰ ਜਾਂਦਾ ਹੈ। ਸੋ ਡਰ ਕਿਹਾ ਜਿਤ ਡਰ ਡਰ ਜਾਏ। ਝੂਰਦੇ ਆ, ਡਰਦੇ ਆ, ਅਸੀਂ ਹਰ ਵੇਲੇ ਮੌਤ ਤੋਂ ਡਰਦੇ ਆ, ਪਦਾਰਥ ਨਾ ਚਲੇ ਜਾਣ ਉਹਨਾਂ ਤੋਂ ਡਰਦੇ ਆ, ਦੁਨੀਆਦਾਰੀ ਤੋਂ ਡਰਦੇ ਆ, ਲੋਕਾਂ ਤੋਂ ਡਰਦੇ ਆ। ਸਤਿਗੁਰੂ ਕਹਿੰਦੇ ਭਾਈ ਪਰਮੇਸ਼ਰ ਜੀ ਤੁਹਾਡਾ ਡਰ ਕਮਾਲ ਦਾ ਹੈ। ਜਦੋਂ ਪਰਮੇਸ਼ਰ ਜੀ ਤੁਹਾਡਾ ਡਰ ਸਾਡੇ ਅੰਦਰ ਆ ਜਾਂਦਾ ਹੈ ਤੇ ਫਿਰ ਸੰਸਾਰ ਦੇ ਡਰ ਸਾਰੇ ਖਤਮ ਹੋ ਜਾਂਦੇ ਆ। ਤੁਧ ਬਿਨ ਦੂਜੀ ਨਾਹੀ ਜਾਏ। ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਜੀਵ ਦਾ ਹੋਰ ਕੋਈ ਥਾਂ, ਕੋਈ ਆਸਰਾ ਨਹੀਂ ਹੈ। ਜੋ ਕਿਛ ਵਰਤੈ ਸਭ ਤੇਰੀ ਰਜਾਏ। ਕਿਉਂਕਿ ਜਗਤ ਦੇ ਵਿੱਚ ਹਰ ਜਗ੍ਹਾ ਤੇ ਤੁਹਾਡੀ ਹੀ ਵਾਹਿਗੁਰੂ ਜੀ ਮਰਜ਼ੀ ਚੱਲ ਰਹੀ ਹੈ। ਤੁਸੀਂ ਆਪਣੀ ਮਰਜ਼ੀ ਨਾਲ ਸਾਰਾ ਸੰਸਾਰ ਆਪਣੇ ਹੁਕਮ ਦੇ ਵਿੱਚ ਚਲਾ ਰਹੇ ਹੋ। ਡਰੀਐ ਜੇ ਡਰ ਹੋਵੈ ਹੋਰ, ਡਰ ਡਰ ਡਰਨਾ ਮਨ ਕਾ ਸ਼ੋਰ। ਰਹਾਉ। ਮਾਰੇ ਕਹਿੰਦੇ ਹੇ ਪ੍ਰਭੂ, ਤੇਰਾ ਜਿਹੜਾ ਤੇਰਾ ਡਰ ਹੈ ਨਾ, ਅਦਬ ਦਾ ਡਰ, ਤੇਰੇ ਅਦਬ ਦੇ ਡਰ ਦੇ ਟਿਕਣ ਦੀ ਥਾਂ ਤੇ ਜੀਵ ਦੇ ਹਿਰਦੇ ਵਿੱਚ ਜੇ ਹੋਰ ਕੋਈ ਡਰ ਟਿਕ ਜਾਵੇ ਨਾ ਤੇ ਜੀਵ ਸਹਿਮਿਆ ਰਹਿੰਦਾ ਹੈ। ਸੰਸਾਰ ਦਾ ਡਰ ਹਮੇਸ਼ਾ ਮਨੁੱਖ ਨੂੰ ਡਰਾਉਂਦਾ ਹੈ। ਮਨੁੱਖ ਡਰਦਾ ਰਹਿੰਦਾ ਸੰਸਾਰ ਦੇ ਡਰ ਤੋਂ ਕਿ ਕੋਈ ਮੈਨੂੰ ਕੀ ਕਵੇਗਾ, ਜੇ ਪਦਾਰਥ ਚਲਾ ਗਿਆ ਮੇਰਾ ਕੀ ਹੋਵੇਗਾ, ਜੇ ਮੇਰੇ ਕੋਲ ਇਹ ਚੀਜ਼ ਨਹੀਂ ਹੈ ਤੇ ਮੈਂ ਕੀ ਕਰਾਂਗਾ। ਇਹ ਡਰ ਹੀ ਨੇ ਸਾਰੇ। ਮਾਰੇ ਕਹਿੰਦੇ ਜੇ ਡਰੀਏ ਜੇ ਡਰ ਹੋਵੈ ਡੋਰ ਹੋਰ। ਮਾਰੇ ਕਹਿੰਦੇ ਆ ਭਾਈ, ਜੇ ਪਰਮੇਸ਼ਰ ਦੇ ਡਰ ਤੋਂ ਬਿਨਾਂ ਹੋਰ ਡਰ ਲੈ ਕੇ ਆਵਾਂਗੇ ਨਾ ਜੀਵਨ 'ਚ, ਤੇ ਮਾਰੇ ਕਹਿੰਦੇ ਫਿਰ ਸਦਾ ਹੀ ਡਰ ਬਣਿਆ ਹੀ ਰਹਿਣਾ। ਡਰ ਡਰ ਡਰਨਾ ਮਨ ਕਾ ਸ਼ੋਰ। ਹੁਣ ਮਾਰੇ ਕਹਿੰਦੇ ਡਰ ਅਸਲ ਵਿੱਚ ਹੈ ਕਿ ਮਨ ਦੀ ਘਬਰਾਹਟ, ਮਨ ਦਾ ਸਹਿਮ ਹਰ ਵੇਲੇ ਬਣਿਆ ਰਹਿੰਦਾ, ਹਰ ਵੇਲੇ ਮਨ ਸਹਿਮਿਆ ਰਹਿੰਦਾ। ਪਦਾਰਥ ਨਾ ਚਲੇ ਜਾਣ, ਮੈਂ ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ, ਪਤਾ ਨਹੀਂ ਕਿਹੜੇ ਵੇਲੇ ਮੈਨੂੰ ਕਿਸੇ ਨੇ ਕੁਛ ਜਿਹੜਾ ਕਰ ਦੇਣਾ। ਇਸੇ ਪ੍ਰਕਾਰ ਮਨੁੱਖ ਡਰਦਾ ਰਹਿੰਦਾ। ਮਾਰੇ ਕਹਿੰਦੇ ਡਰ ਡਰ ਮਨ ਕਾ ਸ਼ੋਰ। ਮਨ 'ਚ ਸ਼ੋਰ ਹੁੰਦਾ ਰਹਿੰਦਾ, ਗੱਲਾਂ ਉੱਠਦੀਆਂ ਰਹਿੰਦੀਆਂ, ਕਿਤੇ ਕੋਈ ਕੁਛ ਕਰ ਨਾ ਦੇਵੇ, ਕੋਈ ਮਾਇਆ ਖੋਹ ਕੇ ਨਾ ਲੈ ਜੇ, ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਮਾਰੇ ਕਹਿੰਦੇ ਇਹ ਡਰ ਹੈ, ਤੇ ਜਿੰਨਾ ਚਿਰ ਇਹ ਡਰ ਮਨ ਦੇ ਵਿੱਚ ਹੈ, ਮਨ 'ਚ ਸ਼ੋਰ ਹੁੰਦਾ ਰਹਿੰਦਾ ਹੈ ਤੇ ਮਨੁੱਖ ਸਦਾ ਹੀ ਡਰਦਾ ਰਹਿੰਦਾ। ਇਸ ਡਰ ਤੋਂ ਨਿਕਲਣ ਵਾਸਤੇ ਸਭ ਤੋਂ ਵੱਡਾ ਪਰਮੇਸ਼ਰ ਦਾ ਡਰ ਜੇ ਜੀਵਨ 'ਚ ਆ ਜੇ ਤੇ ਕੁਛ ਨਾ ਕੁਛ ਬਣ ਸਕਦਾ, ਜੀਵਨ ਚੰਗਾ ਹੋ ਸਕਦਾ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਰਹਿਮਤ ਕਰਦੇ ਨੇ। ਨਾ ਜਿਉ ਡਰੈ ਨਾ ਡਰੈ ਤਰੈ। ਵਾਹਿਗੁਰੂ। ਨਾ ਜਿਉ ਮਰੈ ਨਾ ਡੂਬੈ ਤਰੈ। ਜਿਨ ਕਿਛ ਕੀਆ ਸੋ ਕਿਛ ਕਰੈ। ਹੁਕਮੇ ਆਵੈ ਹੁਕਮੇ ਜਾਏ। ਆਗੈ ਪਾਛੈ ਹੁਕਮ ਸਮਾਏ। ਨਾ ਜਿਉ ਮਰੈ ਨਾ ਡੂਬੈ ਤਰੈ। ਮਾਰੇ ਕਹਿੰਦੇ ਆ ਭਾਈ, ਪ੍ਰਭੂ ਦਾ ਡਰ ਤੇ ਪ੍ਰਭੂ ਦਾ ਜਿਹੜਾ ਅਦਬ ਆ ਨਾ, ਉਹਦੇ ਵਿੱਚ ਜਦੋਂ ਮਨੁੱਖ ਰਹਿੰਦਾ ਹੈ ਤੇ ਉਹਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਹੈ ਕਿ ਜੀਵ ਨਾ ਮਰਦਾ ਹੈ, ਨਾ ਕਿਤੇ ਡੁੱਬ ਸਕਦਾ ਤੇ ਨਾ ਹੀ ਕਿਤੋਂ ਤਰਦਾ ਹੈ। ਭਾਵ ਜਿਹੜਾ ਕਿਤੇ ਡੁੱਬਦਾ ਵੀ ਨਹੀਂ, ਉਸਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਰੇ ਕਹਿੰਦੇ ਜਦੋਂ ਪਰਮੇਸ਼ਰ ਦਾ ਅਦਬ ਆ ਜਾਂਦਾ ਹੈ ਨਾ, ਪਰਮੇਸ਼ਰ ਦਾ ਡਰ ਆਉਂਦਾ ਜੀਵਨ 'ਚ, ਫਿਰ ਨਾ ਉਹਨੂੰ, ਫਿਰ ਮਨੁੱਖ ਨੂੰ ਪਤਾ ਲੱਗ ਜਾਂਦਾ ਮਾਰਨ ਵਾਲਾ ਵੀ ਵਾਹਿਗੁਰੂ ਆਪ ਹੈ ਤੇ ਬਚਾਉਣ ਵਾਲਾ ਰੱਖਣ ਵਾਲਾ ਵੀ ਆਪ ਹੈ।
ਡੋਬਣ ਵਾਲਾ ਵੀ ਉਹ ਆਪ ਹੈ ਤੇ ਤਾਰਨ ਵਾਲਾ ਵੀ ਉਹ ਆਪ ਹੈ। ਨਾ ਜਿਉ ਮਰੈ ਨਾ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ। ਜਿਨੇ ਸਾਨੂੰ ਬਣਾਇਆ ਹੈ, ਜਿਨੇ ਸਾਰਾ ਸੰਸਾਰ ਕੀਤਾ ਹੈ, ਜਿਨੇ ਹਰੇਕ ਵਸਤੂ ਬਣਾਈ ਹੈ, ਜਿਨ ਕਿਛ ਕੀਆ ਸੋ ਕਿਛ ਕਰੈ, ਉਹ ਆਪੇ ਹੀ ਸਾਰਾ ਕੁਝ ਕਰ ਰਿਹਾ ਹੈ। ਇਸ ਕਰਕੇ ਮਨੁੱਖ ਦਾ ਫਿਰ ਡਰ ਚਲਾ ਜਾਂਦਾ ਹੈ ਕਿ ਪਰਮੇਸ਼ਰ ਹੀ ਸਾਰਾ ਕੁਝ ਕਰਦਾ ਹੈ। ਹੁਕਮੈ ਆਵੈ ਹੁਕਮੈ ਜਾਏ, ਇਹ ਜੀਵਨ ਚ ਗੱਲ ਪੱਕੀ ਬਣ ਜਾਂਦੀ ਹੈ ਕਿ ਅਸੀਂ ਜੀਵ ਹੁਕਮ ਦੇ ਵਿੱਚ ਸੰਸਾਰ ਤੇ ਆਏ ਹਾਂ ਤੇ ਉਹਦੇ ਹੁਕਮ ਦੇ ਵਿੱਚ ਚਲੇ ਜਾਣਾ ਹੈ। ਜਦੋਂ ਇਹ ਗੱਲ ਮਨ ਚ ਆ ਜਾਂਦੀ ਹੈ ਫਿਰ ਡਰ ਖਤਮ ਹੋ ਜਾਂਦਾ ਹੈ। ਆਗੇ ਪਾਸ਼ੇ ਹੁਕਮ ਸਮਾਏ, ਇੱਥੇ ਵੀ ਉਹਦੇ ਹੁਕਮ ਦੇ ਵਿੱਚ ਮਨੁੱਖ ਸਮਾ ਜਾਂਦਾ ਹੈ ਤੇ ਇੱਥੋਂ ਜਦੋਂ ਜਾਂਦਾ ਹੈ ਅੱਗੇ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਕਿਵੇਂ ਸਮਾਇਆ ਰਹਿੰਦਾ? ਜਦੋਂ ਉਸ ਵਾਹਿਗੁਰੂ ਦਾ ਡਰ, ਉਹਦਾ ਅਦਬ, ਉਹਦਾ ਭੈ ਆਪਣੇ ਜੀਵਨ ਚ ਲੈ ਜਾਂਦਾ। ਹੰਸ ਹੇਤ ਆਸਾ ਅਸਮਾਨ, ਇਸ ਵਿੱਚ ਭੂਖ ਬਹੁਤ ਨੈਸਾਨ। ਭਉ ਖਾਣਾ ਪੀਣਾ ਆਧਾਰ, ਵਿਣ ਖਾਦੇ ਮਰ ਹੋਏ ਗਵਾਰ। ਹੰਸ ਹੇਤ ਆਸਾ ਅਸਮਾਨ, ਸਤਿਗੁਰ ਕਹਿੰਦੇ ਆ ਹੰਸ ਦਾ ਅਰਥ ਹੁੰਦਾ ਹਿੰਸਾ, ਨਿਰਦਾਇਤਾ, ਹੇਤ ਮੋਹ, ਆਸਾ ਜਿਹੜੀ ਸਾਨੂੰ ਲੱਗੀ ਹੈ, ਅਸਮਾਨ, ਅਸਮਾਨ ਦਾ ਅਰਥ ਸਮਾਨ, ਭਾਵ ਅਹੰਕਾਰ। ਸਤਿਗੁਰ ਕਹਿੰਦੇ ਜਿਸ ਹਿਰਦੇ ਦੇ ਵਿੱਚ ਪ੍ਰਭੂ ਦਾ ਡਰ ਅਦਮ ਨਹੀਂ ਹੁੰਦਾ, ਉਹਦੇ ਵਿੱਚ ਮੋਹ ਆ ਜਾਂਦਾ ਹੈ, ਉਹਦੇ ਵਿੱਚ ਹੰਕਾਰ ਜਿਹੜਾ ਉਹ ਵਸ ਜਾਂਦਾ ਹੈ, ਹਿੰਸਾ, ਨਿਰਦਾਇਤਾ ਉਹਦੇ ਅੰਦਰ ਵਸ ਜਾਂਦੀਆਂ ਹਨ। ਤੇ ਇਸ ਵਿੱਚ ਭੂਖ ਬਹੁਤ ਨੈਸਾਨ, ਮਹਾਰਾਜ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਤ੍ਰਿਸ਼ਨਾ ਦੀ ਜਿਹੜੀ ਹੈ ਨਾ, ਤ੍ਰਿਸ਼ਨਾ ਜਿਹੜੀ ਹੈ ਉਹਦੇ ਜੀਵਨ ਦੇ ਵਿੱਚ ਉਹ ਵਗਦੀ ਰਹਿੰਦੀ, ਨਦੀ ਦੇ ਵਾਂਗੂ ਠਾਠਾਂ ਮਾਰਦੀ ਰਹਿੰਦੀ ਸਦਾ ਹੀ। ਤ੍ਰਿਸ਼ਨਾ ਉਹਦੇ ਅੰਦਰ, ਤ੍ਰਿਸ਼ਨਾ ਦੀ ਜਿਹੜੀ ਨਦੀ ਉਹ ਵਗਦੀ ਰਹਿੰਦੀ। ਤਿਸ ਵਿੱਚ ਭੂਖ ਬਹੁਤ ਨੈਸਾਨ, ਸਾਨ ਦਾ ਅਰਥ ਹੈ ਵਾਂਗ, ਨੈ ਦਾ ਅਰਥ ਨਦੀ, ਨੈਸਾਨ ਨਦੀ ਵਗਦੀ ਰਹਿੰਦੀ ਹੈ। ਕਿਹੜੀ? ਤ੍ਰਿਸ਼ਨਾ ਦੀ ਨਦੀ, ਭੂਖ ਤ੍ਰਿਸ਼ਨਾ। ਮਹਾਰਾਜ ਕਹਿੰਦੇ ਉਹਦੇ ਅੰਦਰ ਠਾਠਾਂ ਮਾਰਦੀ ਹੈ ਨਦੀ, ਜਿਹੜੀ ਤ੍ਰਿਸ਼ਨਾ ਦੀ, ਜਿਹੜੇ ਮਨੁੱਖ ਦੇ ਅੰਦਰ ਵਾਹਿਗੁਰੂ ਦਾ ਡਰ ਨਹੀਂ, ਭੈ ਨਹੀਂ, ਅਦਬ ਨਹੀਂ ਹੈ। ਪਉ ਖਾਣਾ ਪੀਣਾ ਆਧਾਰ, ਤੇ ਪ੍ਰਭੂ ਦਾ ਡਰ ਅਦਬ ਹੀ ਆਤਮਿਕ ਜੀਵਨ ਦੀ ਖੁਰਾਕ ਹੈ ਤੇ ਆਤਮਾ ਦਾ ਆਸਰਾ ਹੈ। ਭਉ ਖਾਣਾ ਪੀਣਾ ਆਧਾਰ, ਭਉ ਹੀ ਮਨੁੱਖ ਖਾਵੇ, ਆਤਮਿਕ ਜੀਵਨ ਜੀਵੇ, ਤੇ ਪੀਣਾ ਆਧਾਰ, ਆਪਣੇ ਜੀਵਨ ਦਾ ਆਸਰਾ ਵਾਹਿਗੁਰੂ ਦੇ ਡਰ ਨੂੰ ਰੱਖੇ। ਵਿਣ ਖਾਦੇ ਮਰ ਹੋਏ ਗਵਾਰ, ਮਾਰੇ ਕਹਿੰਦੇ ਜੋ ਇਹ ਖੁਰਾਕ ਨਹੀਂ ਖਾਂਦੇ ਭਾਈ, ਉਹ ਦੁਨੀਆ ਦੇ ਵਿੱਚ ਸਹਿਮਦੇ ਰਹਿੰਦੇ ਆ, ਡਰੇ ਰਹਿੰਦੇ ਆ ਤੇ ਕਮਲੇ ਹੋਏ ਰਹਿੰਦੇ ਆ। ਗਵਾਰ ਝੱਲੇ ਹੋ ਕੇ ਰਹਿੰਦੇ ਸੰਸਾਰ ਦੇ ਵਿੱਚ, ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਡਰ ਅਦਬ ਭੈ ਨਹੀਂ ਹੁੰਦਾ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਧੁਨ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਤਿਗੁਰੂ ਕਹਿੰਦੇ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਜਿਸ ਕਾ ਕੋਏ ਕੋਈ ਕੋਏ ਕੋਏ, ਕਿ ਜਿਸ ਦਾ, ਜਿਸ ਕਿਸੇ ਦਾ ਕੋਈ ਸਹਾਰਾ ਬਣਦਾ ਹੈ, ਕੋਈ ਵਿਰਲਾ ਹੀ ਬਣਦਾ ਸਹਾਰਾ। ਪ੍ਰਭੂ ਦਾ ਡਰ ਜਿਨ੍ਹਾਂ ਦੇ ਅੰਦਰ ਰਹਿੰਦਾ ਹੈ, ਉਹਨੂੰ ਯਕੀਨ ਬਣ ਜਾਂਦਾ ਹੈ ਕਿ ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ, ਕੋਈ ਵਿਰਲਾ ਹੀ ਬਣਦਾ ਹੈ। ਭਾਵ ਕਿਸੇ ਦਾ ਕੋਈ ਸਾਥੀ ਨਹੀਂ ਹੈ, ਇੱਥੇ ਕੋਈ ਵਿਰਲਾ ਹੀ ਸਾਥੀ ਹੁੰਦਾ ਹੈ। ਕਿਸੇ ਦਾ ਕੋਈ ਇੱਥੇ ਸਾਥੀ ਨਹੀਂ ਹੈ ਸੰਸਾਰ ਦੇ ਵਿੱਚ। ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਇਹ ਵਾਹਿਗੁਰੂ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਤੇ ਤੂੰ ਸਾਰਿਆਂ ਦਾ ਹੈ, ਤੂੰ ਸਾਰਿਆਂ ਦੀ ਲੱਜ ਪੱਤ ਰੱਖਣ ਵਾਲਾ ਹੈ। ਜਾ ਕੇ ਜੀ ਜੰਤ ਧਨ ਮਾਲ, ਸਤਿਗੁਰ ਕਹਿੰਦੇ ਆ ਉਸ ਵਾਹਿਗੁਰੂ ਦੇ ਹੀ ਅਸੀਂ ਸਾਰੇ ਜੀਵ ਆ, ਜੰਤ ਹਾਂ, ਇਹ ਧਨ ਮਾਲ ਉਹਦਾ ਹੀ ਬਣਾਇਆ ਹੋਇਆ ਹੈ। ਨਾਨਕ ਆਖਣ ਬਿਖਮ ਵਿਚਾਰ, ਸਤਿਗੁਰ ਕਹਿੰਦੇ ਭਾਈ ਇਹ ਵਿਚਾਰ ਕਰਨਾ, ਇਹ ਕਥਨਾ ਬੜਾ ਔਖਾ ਹੈ, ਬੜੀ ਬਿਖਮ ਵਿਚਾਰ ਹੈ ਕਿ ਕਿਵੇਂ ਵਾਹਿਗੁਰੂ ਦਾ ਭੈ, ਕਿਵੇਂ ਅਦਬ ਮਨ ਵਿੱਚ ਵਸੇ। ਇਹ ਬੜੀ ਬਿਖਮ ਕਾਰ ਹੈ, ਪਰ ਜਿਨ੍ਹਾਂ ਦੇ ਅੰਦਰ ਇਹ ਵਸ ਜਾਂਦਾ ਹੈ ਉਹਨਾਂ ਦਾ ਜੀਵਨ ਧਨਤਾ ਦੇ ਯੋਗ ਹੋ ਜਾਂਦਾ ਹੈ। ਗੌੜੀ ਮਹੱਲਾ ਪਹਿਲਾ।
ਮਤ ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਸਤਿਗੁਰ ਕਹਿੰਦੇ ਭਾਈ ਮਾਤਾ ਮਤ ਪਿਤਾ ਸੰਤੋਖ, ਕਿ ਕੋਈ ਜੀਵ ਜਿਹੜਾ ਨਾ ਆਪਣੀ ਉੱਚੀ ਮੱਤ ਨੂੰ ਆਪਣੀ ਮਾਂ ਬਣਾ ਲਵੇ ਤੇ ਸੰਤੋਖ ਨੂੰ ਆਪਣਾ ਪਿਓ ਬਣਾ ਲਵੇ। ਮੱਤ ਨੂੰ ਮਾਤਾ ਬਣਾ ਲੇ ਤੇ ਸੰਤੋਖ ਨੂੰ ਪਿਤਾ ਬਣਾ ਲਵੇ। ਜੀਵਨ ਸੰਤੋਖੀ ਹੋ ਜੇ ਤੇ ਮੱਤ ਉੱਚੀ ਹੋ ਜੇ। ਸਤ ਭਾਈ ਕਰ ਇਹੋ ਵਿਸੇਖ। ਮਹਾਰਾਜ ਕਹਿੰਦੇ ਜਿਹੜੀ ਦੁਨੀਆ ਨਾ ਉਹਦੀ ਖਲਕਤ ਦੀ ਸੇਵਾ ਉਹ ਕਰੇ। ਸਤ ਭਾਵ ਦਾਨ, ਖਲਕਤ ਦੀ ਸੇਵਾ ਕਰੇ, ਉਹਨੂੰ ਭਰਾ ਬਣਾ ਲਵੇ। ਸਤ ਭਾਈ ਕਰ ਇਹੋ ਵਿਸੇਖ। ਮਹਾਰਾਜ ਕਹਿੰਦੇ ਇਹ ਵਿਸ਼ੇਸ਼ ਕਰਕੇ ਉਚੇਚੇ ਤੌਰ ਦੇ ਉੱਤੇ ਉਚੇਚੇ ਤੌਰ ਤੇ ਭਰਾ ਬਣਾ ਲਵੇ ਸੇਵਾ ਨੂੰ, ਦੁਨੀਆ ਦੀ ਸੇਵਾ ਨੂੰ। ਸਤ ਭਾਈ ਕਰ ਇਹੋ ਵਿਸੇਖ। ਮਹਾਰਾਜ ਕਹਿੰਦੇ ਉਹਨੂੰ ਦੁਨੀਆ ਦੀ ਸੇਵਾ ਨੂੰ ਆਪਣਾ ਭਰਾ ਬਣਾ ਲਵੇ। ਸਤ ਦਾ ਭਾਵ ਇੱਥੇ ਕਰਾਂਗੇ ਦਾਨ, ਦਾਨ ਦਾ ਭਾਵ ਸੇਵਾ, ਸੇਵਾ ਨੂੰ ਆਪਣਾ ਭਰਾ ਬਣਾ ਲਵੇ। ਕਹਿਣਾ ਹੈ ਕਿਛ ਕਹਿਣ ਨਾ ਜਾਏ। ਮਹਾਰਾਜ ਕਹਿੰਦੇ ਆ ਪ੍ਰਭੂ ਤੇਰੇ ਨਾਲ ਮਿਲਾਪ ਦੀ ਅਵਸਥਾ ਬਿਆਨ ਨਹੀਂ ਹੋ ਸਕਦੀ, ਰੱਤਾ ਮਾਤਰ ਵੀ ਦੱਸੀ ਨਹੀਂ ਜਾ ਸਕਦੀ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ। ਮਹਾਰਾਜ ਕਹਿੰਦੇ ਕਿਉਂਕਿ ਪ੍ਰਭੂ ਜੀ ਤੁਹਾਡੀ ਕੁਦਰਤ ਦਾ ਪੂਰਾ ਮੁੱਲ ਨਹੀਂ ਪੈ ਸਕਦਾ। ਭਾਵ ਕੁਦਰਤ ਕਿਹੋ ਜਿਹੀ ਹੈ ਇਹ ਦੱਸਿਆ ਨਹੀਂ ਜਾ ਸਕਦਾ, ਇਸ ਕਰਕੇ ਕਿਹਾ ਵੀ ਨਹੀਂ ਜਾ ਸਕਦਾ ਤੁਸੀਂ ਕੈਸੇ ਹੋ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਧਰਮ ਸੁਰਤ ਦੋਇ ਸਸਰ ਭਏ, ਕਰਨੀ ਕਾਮਣ ਕਰ ਮਨ ਲਏ। ਸਤਿਗੁਰ ਕਹਿੰਦੇ ਹੁਣ ਕਿ ਸਰਮ ਦਾ ਅਰਥ ਕਰਾਂਗੇ ਮਿਹਨਤ, ਉਦਮ ਕਰਨਾ। ਜਿਵੇਂ ਉਦਮ ਕਰਦਾ ਹੈ ਗੁਰਮੁਖ ਅੰਮ੍ਰਿਤ ਵੇਲੇ ਉੱਠਦਾ ਹੈ, ਬਾਣੀ ਪੜ੍ਹਦਾ, ਉਦਮ ਹੀ ਹੈ ਨਾ ਸਾਡੇ ਜੀਵਨ ਦੇ ਵਿੱਚ। ਮਹਾਰਾਜ ਕਹਿੰਦੇ ਸਰਮ ਸੁਰਤ ਦੋਏ ਸਸੁਰ ਭਏ। ਮਹਾਰਾਜ ਕਹਿੰਦੇ ਦੋਵੇਂ ਉੱਚੀ ਸੁਰਤ, ਚੰਗੀ ਸੁਰਤ ਤੇ ਉਦਮ, ਇਹਨੂੰ ਸਹੁਰਾ ਤੇ ਸੱਸ ਬਣਾ ਲਵੇ। ਮਿਹਨਤ ਨੂੰ ਸੱਸ, ਵਾਹਿਗੁਰੂ, ਮਿਹਨਤ ਨੂੰ ਸਹੁਰਾ ਤੇ ਉੱਚੀ ਸੁੱਚੀ ਜਿਹੜੀ ਆ ਸੁਰਤ ਉਹਨੂੰ ਆਪਣੀ ਸੱਸ ਬਣਾ ਲਵੇ। ਦੋਵੇਂ ਸਸੁਰ ਭਏ, ਕਰਨੀ ਕਾਮਣ ਕਰ ਮੰਨ ਲਏ। ਮਹਾਰਾਜ ਕਹਿੰਦੇ ਤੇ ਮਨ ਜਿਹੜਾ ਹੈ ਨਾ, ਹੇ ਮਨ, ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤਰੀ ਬਣਾ ਲਵੇ, ਚੰਗੀ ਸੁਚੱਜੀ ਜੀਵਨ, ਕਰਨੀ ਕਾਮਣ ਕਰ ਮੰਨ ਲਏ। ਕਰਨੀ ਦਾ ਅਰਥ ਸੁਚੱਜਾ, ਚੰਗਾ ਜੀਵਨ, ਗੁਰਮੁਖ ਵਾਲਾ ਜੀਵਨ। ਜੇ ਕਿਤੇ ਚੰਗਾ ਜੀਵਨ, ਕਾਮਣ, ਕਾਮਣ ਦਾ ਅਰਥ ਇਸਤਰੀ, ਕਰ ਮੰਨ ਲਏ, ਕਰ ਲਵੇ, ਬਣਾ ਲਵੇ, ਆਪਣੀ ਜ਼ਿੰਦਗੀ ਦੀ ਇਸਤਰੀ ਬਣਾ ਲਵੇ ਚੰਗੀ ਕਰਨੀ ਨੂੰ, ਚੰਗੇ ਕਾਰ ਵਿਹਾਰ ਕਰਨੇ ਜਗਤ ਦੇ ਵਿੱਚ। ਤੇ ਫਿਰ ਮਹਾਰਾਜ ਕਹਿੰਦੇ ਸਾਹਾ ਸੰਜੋਗ ਵਿਆਹੋ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗ। ਸਤਿਗੁਰ ਕਹਿੰਦੇ ਭਾਈ ਫਿਰ ਸਾਹਾ ਵਿਆਹ ਵਾਸਤੇ ਸੋਧਿਆ ਆ ਮੂਰਤ, ਜਿਹਨੂੰ ਉਹਨੂੰ ਸਾਹਾ ਕਹਿੰਦੇ ਆ। ਸੰਜੋਗ ਮਿਲਾਪ, ਸਤ ਸੰਗਤ ਦੇ ਵਿੱਚ ਵਿਜੋਗ, ਦੁਨੀਆ ਨਾਲ ਵਿਛੋੜਾ, ਨਿਰਮੋਹ ਜਿਹੜਾ ਖਤਮ ਹੋ ਜਾਂਦਾ। ਮਹਾਰਾਜ ਜੇ ਏਦਾਂ ਹੋ ਜਾਵੇ ਤੇ ਫਿਰ ਮਨੁੱਖ ਜੇ ਸਤ ਸੰਗਤ ਦੇ ਵਿੱਚ ਜਾਵੇ ਤੇ ਪ੍ਰਭੂ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਹੈ। ਵਿਆਹ ਉਹਦਾ ਸਾਹਾ ਸੋਧਿਆ ਜਾਂਦਾ ਹੈ। ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾਂਦਾ, ਤਿਵੇਂ ਸਤ ਸੰਗਤ ਦੇ ਵਿੱਚ ਜਾ ਕੇ ਮਨੁੱਖ ਕਦੀ ਖੁੰਝਦਾ ਨਹੀਂ, ਹਮੇਸ਼ਾ ਉਹਦਾ ਵਾਹਿਗੁਰੂ ਦੇ ਨਾਲ ਵਿਆਹ ਹੋ ਜਾਂਦਾ ਹੈ ਤੇ ਵਿਕਾਰਾਂ ਵੱਲੋਂ ਉਹਦਾ ਵਿਯੋਗ ਹੋ ਜਾਂਦਾ ਹੈ, ਵਿਕਾਰ ਦੂਰ ਹੋ ਜਾਂਦੇ ਆ। ਸੱਚ ਸੰਤਤ ਕਹੋ ਨਾਨਕ ਜੋਗ। ਮਹਾਰਾਜ ਕਹਿੰਦੇ ਹੇ ਸਤ ਸੰਤਤ, ਸੰਤਤ ਭਾਵ ਸੰਤਾਨ ਜਿਹੜੀ ਹੈ, ਸਤ ਸੰਗਤ ਦੇ ਵਿੱਚ ਰਹਿ ਕੇ ਦੁਨੀਆ ਨਾਲੋਂ ਮੋਹ ਤੋੜ ਕੇ ਪ੍ਰਭੂ ਨਾਲ ਜੇ ਵਿਆਹ ਹੋ ਜਾਏ ਤਾਂ ਉਸ ਵਿਆਹ ਦੇ ਵਿੱਚੋਂ ਫਿਰ ਗਾਂ ਸੱਚ ਸਦਾ ਟਿਕੇ ਰਹਿਣ ਵਾਲਾ, ਪ੍ਰਭੂ ਦਾ ਸਦਾ ਹਿਰਦੇ ਵਿੱਚ ਟਿਕੇ ਰਹਿਣ ਵਾਲਾ ਜੀਵ ਇਸਤਰੀ ਦੀ ਸੰਤਾਨ ਬਣ ਜਾਂਦਾ। ਸੱਚ ਸੰਤਤ ਕਹੋ ਨਾਨਕ ਜੋਗ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ। ਸੱਚ ਫਿਰ ਉਸ ਇਸਤਰੀ ਦਾ ਜਿਹੜਾ ਹੈ ਉਹ ਬੱਚਾ ਬਣ ਜਾਂਦਾ ਹੈ, ਸੱਚ ਜੀਵਨ ਦੇ ਵਿੱਚ ਆ ਜਾਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਉਦਾਹਰਨ ਲੈ ਦੇ ਕੇ ਸਾਡੇ ਸੰਸਾਰ ਦੀ ਉਦਾਹਰਨ, ਸਾਡੇ ਪਰਿਵਾਰ ਦੀ ਉਦਾਹਰਨ ਦੇ ਕੇ ਸਮਝਾਇਆ ਹੈ ਕਿ ਭਾਈ ਜੇ ਜੀਵਨ ਦੇ ਵਿੱਚ ਤੇਰੇ ਸੰਤੋਖ ਆ ਜਾਵੇ, ਚੰਗੀ ਤੇਰੀ ਉੱਚੀ ਮੱਤ ਹੋ ਜਾਵੇ,
तेरा जीवन जिहड़ा संतोखी हो जावे, तू सेवा भी करे। फिर उस तो बाद तेरी तू उद्यम भी करे परमेश्वर ਨੂੰ ਪਾਉਣ ਦਾ, ਸੁਰਤ ਵੀ ਉੱਚੀ ਰੱਖੇ ਤੇ ਆਪਣੀ ਕਰਨੀ ਵੀ ਨਿਰਮਲ ਸੋਹਣੀ ਕਰ ਲਵੇਂ, ਤੇ ਫਿਰ ਤੇਰਾ ਵਾਹਿਗੁਰੂ ਦੇ ਨਾਲ ਸੰਬੰਧ ਜੁੜ ਸਕਦਾ ਹੈ। ਫਿਰ ਉਸ ਸੰਬੰਧ ਦੇ ਵਿੱਚੋਂ ਸੱਚ ਪੈਦਾ ਹੋ ਸਕਦਾ ਹੈ ਤੇ ਸੱਚ ਦੇ ਨਾਲ ਤੇਰਾ ਜੀਵਨ ਬਦਲ ਸਕਦਾ ਹੈ। ਤੇਰੇ ਜੀਵਨ ਦੇ ਵਿੱਚ ਆਨੰਦ, ਤੇਰੇ ਜੀਵਨ ਦੇ ਵਿੱਚ ਕੁਛ ਨਾ ਕੁਛ ਤੈਨੂੰ ਪ੍ਰਾਪਤ ਹੋ ਸਕਦਾ, ਵਾਹਿਗੁਰੂ ਦਾ ਨਾਮ ਤੈਨੂੰ ਪ੍ਰਾਪਤ ਹੋ ਸਕਦਾ ਹੈ। ਸੋ ਸਤਿਗੁਰੂ ਰਹਿਮਤ ਕਰਨ ਆਪਾਂ ਅੱਜ ਗੌੜੀ ਰਾਗ ਆਰੰਭ ਕੀਤਾ ਹੈ। ਤਿੰਨ ਸ਼ਬਦ ਆਪਾਂ ਗੁਰੂ ਨਾਨਕ ਦੇਵ ਜੀ ਦੇ ਵਿਚਾਰੇ ਨੇ। ਕੱਲ ਨੂੰ ਚੌਥਾ ਸ਼ਬਦ ਜਿਹੜਾ ਹੈ ਉਹ ਆਪਾਂ ਵਿਚਾਰਾਂਗੇ। ਇੱਥੇ ਹੀ ਕਲਾਸ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੋ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।